ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ, ਧੰਨ ਗੁਰੂ ਗੋਬਿੰਦ ਸਿੰਘ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦ ਸਚ ਜੁਗਾਦ ਸਚ ਹੈਪੀ ਸਚ ਨਾਨਕ ਹੋਸੀ ਭੀ ਸਚ। ਸੱਚ ਸੁਨਾਇਸੀ ਸੱਚ ਕੀ ਬੇਲਾ। ਸੱਚ ਆਖਾਂ ਤੇ ਭਾਂਬੜ ਮੱਚਦੇ, ਚੁੱਪ ਰਹਾਂ ਤੇ ਪਿੱਛੇ ਕੁਝ ਬਚਦਾ ਨਹੀਂ। ਇਸ ਲਈ ਸੱਚ ਨੂੰ ਸੱਚ ਕਹਿਣਾ ਹੀ ਚਾਹੀਦਾ। ਕੁਝ ਉਹ ਲੋਕ ਜਿਹੜੇ ਪੰਜਾਬ ਦਾ ਹੀ ਖਾਂਦੇ ਨੇ ਤੇ ਸਦਾ ਹੀ ਪੰਜਾਬ ਤੇ ਪੰਜਾਬੀਅਤ, ਪੰਜਾਬੀ ਕੌਮ ਨੂੰ ਮਾੜਾ ਦਰਸਾਉਣ ਲਈ ਕੁਝ ਹੀ ਯਤਨ ਹਰ ਟਾਈਮ ਤੋਂ ਲਗਾਤਾਰ 47 ਤੋਂ ਬਾਅਦ ਕਰਦੇ ਆ ਰਹੇ ਨੇ। ਅਸੀਂ ਉਹ ਲੋਕ ਹਾਂ ਜਿਨ੍ਹਾਂ ਨੇ ਜਿਹੜੇ ਅੱਜ ਕੱਲ ਆ ਰਾਗ ਲੱਭਦੇ ਨੇ ਨਾ, ਅਖੰਡਤਾ ਏਕਤਾ ਦੇਸ਼ ਦੀ, ਉਹ ਅਸੀਂ ਦੇਸ਼ ਨੂੰ ਅਖੰਡ ਰੱਖਣ ਲਈ ਅਸੀਂ ਆਪਣੇ ਘਰ ਬਾਹਰ ਜਾੜ ਕੇ ਮਰੱਬਿਆਂ ਦੇ ਮਾਲਕ, ਇੱਧਰ ਆ ਕੇ ਧੱਕੇ, ਦਿਹਾੜੀਆਂ, ਪਤਾ ਹੀ ਨਹੀਂ ਕੀ ਕੁਛ, ਕਿੰਨਾ ਟਾਈਮ ਔਖਾ ਵੱਡਿਆਂ ਵਡੇਰਿਆਂ ਨੇ। ਆਉਂਦਿਆਂ ਸਾਨੂੰ ਕੀ ਮਿਲਿਆ? ਜਰਾਇਮ ਪੇਸ਼ਾ ਕੌਮ ਜਮਾਂਦਰੂ ਪਸਾਦੀ। ਇਹਨਾਂ ਤੇ ਦਬਾਅ ਪਾਇਆ ਜਾਵੇ। ਜੇ ਗੋਲੀ ਚਲਾਉਣ ਦੀ ਲੋੜ ਪਵੇ ਤਾਂ ਗੋਲੀ ਵੀ ਚਲਾਈ ਜਾਵੇ। ਦੇਖੋ ਇਹ ਕੁਛ ਮਿਲਿਆ ਜਿਹੜਾ ਕਿ ਬਹੁਤ ਜ਼ਿਆਦਾ ਗਲਤ ਸੀ। ਬਾਕੀ ਇਹ ਗੱਲ ਹੁਣ ਇਹ ਚੱਲ ਰਹੀ ਹੈ ਲਗਾਤਾਰ। ਆ ਜਿਹੜੇ ਹੁਣ ਬੜਾ ਵਧੀਆ ਸ਼ਾਂਤ ਪੰਜਾਬ ਵਸ ਰਿਹਾ। ਪਹਿਲਾਂ ਬਹੁਤ ਸੰਤਾਪ ਵੰਡਾਇਆ ਪੰਜਾਬੀਆਂ ਨੇ, ਬਹੁਤ ਵਧੀਆ ਵਸ ਰਿਹਾ। ਹੁਣ ਕੁਝ ਲੋਕ, ਉਹਨਾਂ ਨੂੰ ਸਿਕਿਉਰਟੀਆਂ ਵੀ ਮਿਲੀਆਂ ਹੋਈਆਂ, ਫੁੱਲ ਸਿਕਿਉਰਟੀ ਮਿਲੀਆਂ, Z+ ਤੱਕ ਮਿਲੀਆਂ, Z ਸਿਕਿਉਰਟੀਆਂ ਮਿਲੀਆਂ ਹੋਈਆਂ। ਫਿਰ ਵੀ ਉਹਨਾਂ ਨੂੰ ਪਤਾ ਨਹੀਂ ਕਿਉਂ ਹਰ ਵੇਲੇ ਸਮਾਜ ਦੇ ਨਫ਼ਰਤ ਫੈਲਾਉਣ ਦਾ ਕੰਮ ਕਰਦੇ ਨੇ। ਸਰਕਾਰੀ ਗੱਡੀਆਂ ਨੂੰ ਚਲਾਉਣਾ, ਸਰਕਾਰੀ ਗੱਡੀਆਂ ਦਾ ਤੇਲ ਪ੍ਰਾਈਵੇਟ 'ਚ ਪਾ ਕੇ ਉਹਨਾਂ ਨੂੰ ਚਲਾਉਣਾ, ਇਹੀ ਕੰਮ ਕਰ ਰਹੇ ਨੇ। ਪੰਜਾਬ ਨੂੰ ਚਿੱਟੀ ਸਿਉਂਕ ਵਾਂਗੂ ਖਾ ਰਹੇ ਨੇ। ਇੱਕ ਵੇਲੇ ਰਾਹੁਲ ਗਾਂਧੀ ਨੌਜਵਾਨ ਹੈ, ਪੜ੍ਹਿਆ ਲਿਖਿਆ ਦੇਸ਼ ਦਾ, ਉਹਨੇ ਕਿਹਾ ਸੀ, ਕਹਿੰਦਾ ਭਗਵੇਂ ਅੱਤਵਾਦ ਤੋਂ ਦੇਸ਼ ਨੂੰ ਖਤਰਾ। ਉਹ ਸੱਚ ਬੋਲਿਆ ਸੀ ਤੇ ਉਹ ਸੱਚ ਸੁਣਿਆ ਨਹੀਂ ਸੀ ਗਿਆ ਇਹਨਾਂ ਤੋਂ। ਉਹਨੇ ਸੱਚ ਬੋਲਿਆ ਸੀ, ਸੱਚ ਨਹੀਂ ਸੁਣਿਆ ਗਿਆ। ਸੱਚ ਸੁਣਨਾ ਕਿਤੇ ਸੌਖਾ ਹੈ? ਇੱਕ ਇਹਨਾਂ ਦਾ ਕੋਈ ਬੰਦਾ ਝੂਠ ਬੋਲਦਾ ਹੈ ਤੇ ਉਹ ਮਗਰੋਂ ਦੂਜੇ ਉਹਦੇ ਝੂਠ ਨੂੰ ਸੱਚ ਕਰਨ ਲਈ ਸਾਰੇ ਮਗਰੋਂ ਲਾਣਾ ਬੋਲਦਾ ਇਹਨਾਂ ਦਾ। ਕਿਹੜੇ ਕਿਹੜੇ ਪਾਸਿਓਂ ਦੱਸੀਏ? ਸਾਡੀ ਰਾਜਧਾਨੀ ਲਾਹੌਰ ਸੀਗੀ ਪਹਿਲਾਂ, ਉਹ ਸਾਡੀ ਖਵਾਈ, ਫਿਰ ਜੇ ਸ਼ਿਮਲਾ ਬਣੀ ਉਹ ਖਵਾਈ, ਤੇ ਹੁਣ ਚੰਡੀਗੜ੍ਹ ਤੇ ਅੱਖ ਰੱਖੀ ਹੋਈ। ਜਿਹੜਾ ਕਿ ਬਹੁਤ ਜ਼ਿਆਦਾ ਗਲਤ ਹੈ। ਕਦੀ ਕਹਿੰਦੇ ਨੇ ਹਿੰਦੂ ਨੂੰ ਖਤਰਾ ਹੈ। ਅਸੀਂ ਤਾਂ ਬੜੇ ਸੋਹਣੇ ਵਸਦੇ ਹਾਂ, ਸਾਰੇ ਹਿੰਦੂ ਭਰਾ ਵੀ ਸਾਡੇ ਨਾਲ ਨੇ, ਗੁਰਦੁਆਰਿਆਂ 'ਚ ਆਉਂਦੇ ਜਾਂਦੇ, ਸਾਰੇ ਮਿਲ ਵਰਤਨ ਨੇ, ਵਿਆਹਾਂ ਸ਼ਾਦੀਆਂ ਨੇ। ਕਦੀ ਨੇ ਕੋਈ ਕਹਿੰਦਾ ਖਤਰਾ ਇਹਨਾਂ ਨੂੰ ਆਪਦੀਆਂ ਕੁਰਸੀਆਂ ਦਾ, ਆਪਦੀਆਂ ਚੌਧਰਾਂ ਦਾ, ਵੀ ਸਾਨੂੰ ਹੋਰ ਸਿਕਿਉਰਿਟੀ ਮਿਲ ਜੇ, ਸਾਨੂੰ ਹੋਰ ਅਹੁਦੇ ਮਿਲ ਜੇ, ਸੈਂਟਰ ਸਾਨੂੰ ਕੋਈ ਹੋਰ ਦੇ ਦੇ ਜੇ ਅਸੀਂ ਐਵੇਂ ਬੋਲਾਂਗੇ ਤਾਂ। ਮੈਂ ਇੱਕ ਵਾਰੀ ਇੱਕ ਗੱਲ ਕਹੀ ਸੀ, 20 ਸਾਲ ਹੋ ਗਏ ਨੇ, ਉਹ ਕੁਝ ਹੁਣ ਸੱਚ ਨਜ਼ਰ ਆਈ। ਉਸ ਵੇਲੇ ਮੈਂ ਇਹ ਗੱਲ ਕਹੀ ਸੀ ਵੀ ਜਦੋਂ ਮਾਲਵੇ ਨੂੰ ਸੁਰਤ ਆ ਜਾਏਗੀ ਨਾ, ਮਾਲਵੇ ਖੇਤਰ ਨੂੰ, ਤੇ ਪੰਜਾਬ ਤੇ ਖਾਲਸਾ ਰਾਜ ਹੋਏਗਾ। ਤੇ ਜਦੋਂ ਪੰਜਾਬ ਦੇ ਹਿੰਦੂ ਨੂੰ ਸਮਝ ਆ ਜਾਏਗੀ ਨਾ, ਉਦੋਂ ਸਾਰੇ ਦੇਸ਼ ਤੇ ਸਾਡਾ ਰਾਜ ਹੋਏਗਾ। ਮਾਲਵੇ ਖੇਤਰ ਦਾ ਸਮਝ ਆ ਰਹੀ, ਪੰਜਾਬ ਤਾਂ ਦੇਖੋ ਖਾਲਸਾ ਰਾਜ ਬਣ ਜਾਏਗਾ। ਖਾਲਸਾ ਰਾਜ ਕੀ? ਜਿਹਦੇ ਵਿੱਚ ਸਾਰੇ ਧਰਮਾਂ ਦਾ, ਸਾਰੇ ਧਰਮ ਵਧਣ ਫੁੱਲਣ, ਸਾਰਿਆਂ ਨੂੰ ਅਧਿਕਾਰ
ਹਿੰਦੂ ਮੁਸਲਮ ਸਿੱਖ ਈਸਾਈ ਸਾਰੇ ਭਾਈ ਭਾਈ ਵਾਲੀ ਗੱਲ, ਉਹ ਸੀ ਖਾਲਸਾ ਰਾਜ। ਪਿਓਰਟੀ। ਮੈਂ ਤਾਂ ਕਈਆਂ ਨੂੰ ਇਹ ਵੀ ਕਹਿੰਦਾ ਨਾ ਵੀ ਇਹ ਜਿਹੜਾ ਮੱਥੇ ਟਿੱਕਾ ਲੱਗਿਆ ਨਾ, ਕਈ ਲੋਕ ਨਫ਼ਰਤ ਨਾ ਕਰੋ। ਉਹ ਇਹ ਕਹੋ ਇਹਨਾਂ ਦਾ ਜਿਹੜਾ ਟਿੱਕਾ ਲੱਗਿਆ ਨਾ, ਇਹਨਾਂ ਨੂੰ ਮਹਾਰਾਜ ਨੇ ਇਹਨਾਂ ਨੂੰ ਆਪਦਾ ਦੇਸ਼ ਦਿੱਤਾ ਹੈ ਵੀ ਵਧੀਆ ਇਹ ਵਧਣ ਫੁੱਲਣ, ਤੇ ਮਹਾਰਾਜ ਸਾਨੂੰ ਵੀ ਸਾਡਾ ਦੇਸ਼ ਦੇਈ, ਅਸੀਂ ਵੀ ਵਧੀਆ ਫੁੱਲੀਏ ਇਹਨਾਂ ਤਰ੍ਹਾਂ। ਅਸੀਂ ਸਭ ਕੁਝ ਲਟਾ ਕੇ 7-7 ਜੀ ਸਾਡੇ ਮਾਰੇ ਗਏ, ਜ਼ਮੀਨਾਂ ਜਾਇਦਾਦਾਂ, 4-4 ਜੋਗਾਂ ਦੀ ਵਾਹੀ, ਖੂਹਾਂ ਦੀ। ਕੀ ਮਿਲਿਆ ਇੱਧਰ ਅੱਜ ਤੱਕ? ਕੀ ਮਿਲਿਆ? ਜੇ ਕੋਈ 4 ਟੁਕੜੇ ਮਿਲੇ ਸੀ ਉਹ ਵੀ ਸੈਂਟਰ ਦੇ ਹੋ ਗਏ, ਕੋਈ ਸੰਭਾਲਣ ਵਾਲਾ ਨਹੀਂ ਸੀ। ਬਾਕੀ ਗੱਲ ਜਿਹੜੀ ਆ ਕਰਦੇ ਨੇ ਨਾ, ਇੱਕ ਤਾਂ ਇਹ ਗੱਲ ਦਿਮਾਗ ਚੋਂ ਕੱਢ ਦੋ, ਆ ਜਿਹੜਾ ਕਹਿੰਦੇ ਹੋ ਨਾ, ਸਭ ਤੋਂ ਪਹਿਲਾਂ ਕਹਿੰਦੇ ਹੋ ਖਾਲੀ ਸਥਾਨ। ਖਾਲੀ ਖੁੱਲੀ ਸਥਾਨ ਨਹੀਂ ਹੈਗਾ, ਤੇ ਨਾ ਹੀ ਕੋਈ ਹਿੰਦੂ ਸਥਾਨ ਹੈ। ਹਿੰਦ, ਜਿਹਨੂੰ ਗੁਰੂ ਨਾਨਕ ਸਾਹਿਬ ਨੇ ਵੀ ਕਿਹਾ, ਖੁਰਾਸਾਨ ਸਮਾਨਾ ਕੀਆ ਹਿੰਦੁਸਤਾਨ ਡਰਾਇਆ। ਬਾਬਰ ਨੂੰ ਕਿਹਾ ਸੀ, ਜਿਹੜਾ ਉਸ ਵੇਲੇ ਚੜ ਕੇ ਆਇਆ ਸੀ ਉਹਦੀ ਫੌਜ ਨਾਲ, ਤੇ ਗੁਰੂ ਨਾਨਕ ਸਾਹਿਬ ਕੋਲ ਆਪ 'ਚ ਡੰਡਾ ਸੀ ਤੇ ਨਾਲ ਉਹਦੇ ਭਾਈ ਵਾਲਾ ਮਰਦਾਨਾ ਹੋਣਗੇ। ਉਹਨੂੰ ਸਿੱਧੇ ਸਪਸ਼ਟ ਲਫ਼ਜ਼ਾਂ 'ਚ ਕਿਹਾ ਸੀ, ਤੂੰ ਬਾਬਰ ਨਹੀਂ, ਤੂੰ ਜਾਬਰ ਹੈ। ਹਿੰਦੁਸਤਾਨ ਗੁਰੂ ਨਾਨਕ ਸਾਹਿਬ ਨੇ ਵਰਤਿਆ। ਹਿੰਦੁਸਤਾਨ ਕੀ ਸੀ? ਇਹ ਇੱਕ ਇਲਾਕਾ ਸੀਗਾ, ਸਿੰਧ ਘਾਟੀ ਦੀ ਸੱਭਿਅਤਾ। ਜਿਹੜੇ UPC ਵਿੱਚ ਟੈਸਟ ਕਲੀਅਰ ਕਰਦੇ ਨੇ, IAS IPS ਤੇ ISF ਬਣਦੇ ਨੇ, ਉਹਨਾਂ ਨੂੰ ਪਤਾ, ਇਤਿਹਾਸ ਦੇ ਵਿਦਿਆਰਥੀ, ਵੀ ਇੱਕ ਸਿੰਧ ਨਦੀ ਸੀ ਜਿਹਨੂੰ ਜਨਾਨ ਲੋਕ ਧੱਦੇ ਨੂੰ ਦੱਦੇ ਵਿੱਚ ਬੋਲਦੇ ਸੀਗੇ। ਸਿੰਧੂ ਤੋਂ ਹਿੰਦੂ ਇਹ ਬਣਿਆ। ਹਿੰਦੂ ਕੋਈ ਧਰਮ ਨਹੀਂ ਹੈਗਾ, ਨਾ ਕੋਈ ਹਿੰਦੂਸਤਾਨ ਜਿਹੜਾ ਕਹਿੰਦਾ, ਹਿੰਦੁਸਤਾਨ ਕਿਹਾ ਗਿਆ। ਇੱਕ ਕਵਿਤਾ ਵੀ ਹੁੰਦੀ ਸੀ ਹਿੰਦ, ਪਹਿਲਾਂ ਉਹ ਕਵਿਤਾ ਨੂੰ ਗਾਇਆ ਜਾਂਦਾ ਸੀ, ਵਤਨ ਵਾਸੀਓ ਰੱਖਣਾ ਯਾਦ ਸਾਨੂੰ, ਫਿਰ ਹੌਲੀ ਹੌਲੀ ਇਹਨਾਂ ਨੇ ਬਦਲਤਾ ਹਿੰਦ ਵਾਸੀਓ, ਉਹ ਹਿੰਦ। ਬਾਕੀ ਰਹੀ ਗੱਲ ਖਾਲਿਸਤਾਨ ਦੀ, ਜਿਹੜੀ ਕੌਮ ਕਿਰਪਾਨ 'ਚ ਪੈਦਾ ਹੋਈ, ਆਪਣਾ ਇਤਿਹਾਸ ਨਹੀਂ ਜਾਣਦੀ। ਗੁਰੂ ਗੋਬਿੰਦ ਸਿੰਘ ਨੇ ਭਾਈ ਜੈਤੇ ਨੂੰ ਪੁੱਛਿਆ ਸੀ, ਜੈਤਿਆ ਰੰਗ ਰੇਟੇ ਗੁਰੂ ਕੇ ਬੇਟੇ ਪੁੱਤਰਾ, ਜਦੋਂ ਪਿਤਾ ਗੁਰੂ ਦੀ ਸ਼ਹੀਦੀ ਹੋਈ ਉੱਥੇ ਕੋਈ ਸਿੱਖ ਨਹੀਂ ਸੀ ਹੈਗਾ, ਨਜ਼ਰ ਹੋਰ ਨਹੀਂ ਆਇਆ ਤੈਨੂੰ, ਅੱਗੇ ਨਹੀਂ ਆਇਆ ਕੋਈ? ਉਹਨੇ ਕਿਹਾ ਸੀ, ਪਿਤਾ ਜੀ ਸਿੱਖ ਤਾਂ ਬੜੇ ਸੀ ਪਰ ਪਛਾਣ 'ਚ ਨਹੀਂ ਸੀ ਆ ਰਹੇ। ਗੁਰੂ ਸਾਹਿਬ ਨੇ ਫਿਰ ਉਸੇ ਵੇਲੇ ਭਾਈ ਜੈਤੇ ਨੂੰ ਕਿਹਾ ਸੀ, ਪੁੱਤਰਾ ਮੈਂ ਐਸਾ ਖਾਲਿਸਤਾਨ ਬਣਾਵਾਂਗਾ, ਖਾਲਸਾ, ਜਿਹੜਾ ਸਾਰੀ ਦੁਨੀਆ 'ਚ ਨਜ਼ਰ ਆਏਗਾ। ਉਸ ਦਿਨ ਗੁਰੂ ਗੋਬਿੰਦ ਸਿੰਘ ਨੇ ਕਿਹਾ। ਫਿਰ 1699 ਨੂੰ ਖਾਲਸਾ ਆਨੰਦਪੁਰ ਸਥਾਨ ਤੇ ਖਾਲਸਾ ਆਨੰਦਪੁਰ ਸਥਾਨ ਤੇ ਬਣਾਇਆ। ਉਸ ਦਿਨ ਖਾਲਸਾ ਬਣਾਇਆ ਗੁਰੂ ਗੋਬਿੰਦ ਸਿੰਘ ਨੇ। ਇਸ ਦੇਸ਼ ਜਿਹੜਾ ਤੁਸੀਂ ਚੱਲ ਮੰਨ ਲਓ, ਤੁਹਾਡੀ ਗੱਲ ਹੀ ਮੰਨ ਲੈਂਦੇ ਆ, ਵੈਸੇ ਤਾਂ ਤੁਹਾਡਾ ਧਰਮ ਸਨਾਤਨ ਹੈ, ਸਨਾਤਨ ਧਰਮ ਬਹੁਤ ਪੁਰਾਣਾ ਧਰਮ ਹੈ। ਜੇ ਤੁਸੀਂ ਕਹਿੰਦੇ ਹਿੰਦੁਸਤਾਨ ਤਾਂ ਹੈ ਨਹੀਂ, ਹਿੰਦੁਸਤਾਨ ਹੈ ਜੇ ਤੁਸੀਂ ਕਹਿੰਦੇ ਹੋ, ਤੇ ਉਹਦੀ ਜਿਹੜੀ ਹੋਂਦ ਹੈ ਉਹ ਕਿਹਦੇ ਕਰਕੇ ਹੈ? ਖਾਲਸੇ ਕਰਕੇ ਹੈ ਹੋਂਦ, ਗੁਰੂ ਤੇਗ ਬਹਾਦਰ ਪਾਤਸ਼ਾਹ ਕਰਕੇ ਹੈ। ਤੇ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਤੇ ਗੁਰੂ ਗੋਬਿੰਦ ਸਿੰਘ ਨੇ ਕਿਹਾ ਸੀ, ਮੈਂ ਇੱਕ ਐਸਾ ਖਾਲਿਸਤਾਨ ਬਣਾਵਾਂਗਾ ਵੀ ਜਿਹੜਾ ਸਾਰੀ ਦੁਨੀਆ ਵਿੱਚ ਵੱਖਰਾ ਨਜ਼ਰ ਆਏਗਾ। ਖਾਲਸਾ ਤੇ ਸਥਾਨ ਆਨੰਦਪੁਰ ਸਾਹਿਬ। ਤੇ ਤੁਹਾਡੀ ਜ਼ੁਬਾਨ ਚੋਂ ਕਿਵੇਂ ਲਫ਼ਜ਼ ਨਿਕਲ ਜੇ ਮੁਰਦਾਬਾਦ ਦਾ? ਤੁਹਾਡੀ ਜ਼ੁਬਾਨ ਡਿੱਗਣੀ ਪੈਂਦੀ ਨਾਲੋਂ। ਤੁਸੀਂ ਕਹਿੰਦੇ ਖਾਲਸਾ ਮੁਰਦਾਬਾਦ, ਤੁਹਾਡੀ ਜ਼ੁਬਾਨ ਡਿੱਗਣੀ। ਗੁਰੂ ਗੋਬਿੰਦ ਸਿੰਘ ਨੇ ਬਣਾਇਆ ਹੋਵੇ ਤੇ ਜਿਹਦੇ ਪਿਤਾ ਨੇ ਤੁਹਾਡੇ ਧਰਮ ਨੂੰ, ਗੁਰੂ ਤੇਗ ਬਹਾਦਰ ਸਗਲ ਸ੍ਰਿਸ਼ਟ ਦੀ ਚਾਦਰ, ਜਿਹਨੇ ਸਾਰੇ ਮਾਨਵਤਾ ਲਈ, ਕਿਸੇ ਦਾ ਵੀ ਧਰਮ ਹੁੰਦਾ, ਸਾਡਾ ਹੋਵੇ ਜਾਂ ਤੁਹਾਡਾ ਹੋਵੇ, ਗੁਰੂ ਤੇਗ ਬਹਾਦਰ ਨੇ ਸ਼ਹੀਦੀ ਦਿੱਤੀ, ਉਹਦੇ ਪੁੱਤਰ ਨੇ ਖਾਲਸਾ ਆਨੰਦਪੁਰ ਸਥਾਨ ਤੇ ਬਣਾਇਆ ਹੋਵੇ ਖਾਲਸਤਾਨ, ਤੇ ਤੁਸੀਂ ਕਹੋ ਵੀ ਮੁਰਦਾਬਾਦ? ਤੁਹਾਡੀ ਹਿੰਮਤ? ਅਸੀਂ ਕਦੀ ਕਿਹਾ ਵੀ ਹਿੰਦੁਸਤਾਨ ਮੁਰਦਾਬਾਦ? ਜੀ ਇਸ ਦੇਸ਼ ਦਾ ਨਾਂ ਭਾਰਤ ਹੋ ਸਕਦਾ, ਇੰਡੀਆ ਹੋ ਸਕਦਾ, ਹਿੰਦੁਸਤਾਨ ਹੋ ਸਕਦਾ, ਤੇ ਫਿਰ ਖਾਲਿਸਤਾਨ ਕਿਉਂ ਨਹੀਂ ਹੋ ਸਕਦਾ ਵੀ?
ਜੇ ਬੰਬਈ ਨੂੰ ਬੰਬਾ ਤੇ ਫਿਰ ਹੌਲੀ ਹੌਲੀ ਬੰਬੇ ਤੋਂ ਬੰਬਈ ਤੇ ਮੁੰਬਈ ਤੇ ਮਦਰਾਸ ਨੂੰ ਚੇਨਈ ਹੋ ਸਕਦਾ ਹੈ, ਕਲਕੱਤੇ ਨੂੰ ਕੋਲਕਾਤਾ ਹੋ ਸਕਦਾ ਹੈ, ਗੜਗਾਉਂ ਨੂੰ ਗੁਰੂਗਰਾਉਂ ਬਣ ਸਕਦਾ ਹੈ। ਇਹ ਨਹੀਂ ਹੋ ਸਕਦਾ। ਕਿਉਂ? ਸਾਡਾ ਇੱਕ ਰਾਸ਼ਟਰ, ਜਦੋਂ ਕਹਿੰਦੇ ਰਾਸ਼ਟਰ ਇੱਕ ਸਾਡਾ ਭਾਰਤ ਇੱਕ ਰਾਸ਼ਟਰ ਹੈ, ਤੇ ਅਗਲੇ ਨੇ ਜਦੋਂ ਉਹਦੇ ਬਰਾਬਰ ਮਹਾਰਾਸ਼ਟਰ ਬਣਾਇਆ, ਤੇ ਇਹ ਖਾਲਸਾ ਨਹੀਂ ਬਣ ਸਕਦਾ ਦੇਸ਼। ਖਾਲਸੇ ਦਾ ਮਤਲਬ ਤਾਂ ਪਿਓਰ ਹੈ। ਇਹ ਜਿਹੜੇ ਲਿਚੜ ਪੁੱਚੜ ਜਿਹੜੇ ਐਵੇਂ ਵਾਧੂ ਘਾਟੂ ਜਿਹੇ ਨਾ ਜਿਹੜੇ ਸਿਉਂਕ ਵਾਂਗੂ ਖਾ ਰਹੇ ਨੇ ਸਾਰੇ ਦੇਸ਼ ਨੂੰ, ਉਹ ਸਭ ਝੜਨਗੇ। ਖਾਲਸਾ ਨੇ ਪਿਓਰ ਰਹਿਣਗੇ ਦੇਸ਼ ਵਿੱਚ। ਜਿਹੜੇ ਦੇਸ਼ ਦੀਆਂ ਜੜ੍ਹਾਂ ਖਾ ਰਹੇ ਨੇ, ਮੈਂ ਤੁਹਾਨੂੰ ਵੇਖਦਾ ਨਹੀਂ ਰੋਜ਼, ਕੀ ਤੁਸੀਂ ਕਰਦੇ ਹੋ? ਪਿੰਡਾਂ ਦਾ ਇੰਨਾ ਪੈਸਾ ਹੁੰਦਾ ਜਿਹੜਾ ਤੁਸੀਂ ਸ਼ਹਿਰਾਂ ਤੇ ਉਹਦੇ ਲਾ ਰਹੇ ਹੋ। ਤੁਸੀਂ ਦਫ਼ਤਰ ਬਣਾ ਰਹੇ ਹੋ, ਵੱਡੇ RSS ਦੇ ਵੱਡੇ ਦਫ਼ਤਰ ਬਣ ਰਹੇ ਨੇ। ਕੀ ਕੁਝ ਹੋ ਰਿਹਾ? ਮੈਂ ਚੰਡੀਗੜ੍ਹ 'ਚ ਵੇਖਦਾ ਨਹੀਂ ਕਿੰਨਾ ਪੈਸਾ ਲੱਗ ਰਿਹਾ, ਜਾਂ ਹੋਰ ਕਿਤੇ। ਉਹ ਪਿੰਡਾਂ ਦੇ ਵਿਕਾਸਾਂ ਦਾ ਪੈਸਾ ਹੁੰਦਾ। ਕਦੀ ਪਿੰਡਾਂ ਦੀ ਹਾਲਤ ਵੇਖੋ ਜਾ ਕੇ। ਇੱਕ ਪਾਸੇ ਤਾਂ ਕਹਿੰਦੇ ਅਸੀਂ ਪਿੰਡਾਂ 'ਚ ਰੱਬ ਵੱਸਦਾ, ਜਿੱਥੇ ਰੱਬ ਵੱਸਦਾ ਤੇ ਉੱਥੇ ਪਿੰਡਾਂ ਦੀਆਂ ਸੜਕਾਂ ਐਵੇਂ ਦੀਆਂ ਹੁੰਦੀਆਂ ਨੇ। ਪਿੰਡਾਂ ਦੇ ਲੋਕਾਂ ਨਾਲ ਇਹ ਸਲੂਕ ਕੀਤਾ ਜਾਂਦਾ, ਉਹਨਾਂ ਨੂੰ ਕੋਈ ਭਰਤੀ ਨਹੀਂ, ਕੋਈ ਕੁਛ ਨਹੀਂ। ਇੰਨਾ ਬੁਰਾ ਹਾਲ ਹੋਇਆ ਪਿਆ ਉਹਨਾਂ ਦਾ। ਪੜ੍ਹ ਕੇ ਉਹਨਾਂ ਦੀ ਨਿਗਾਹ ਖਤਮ ਹੋ ਗਈ। ਤੁਸੀਂ ਉਹਨਾਂ ਦੀ ਅੱਖਾਂ ਖਾ ਗਏ ਹੋ, ਤੁਸੀਂ ਉਹਨਾਂ ਦੀ ਨਿਗਾਹ ਖਾ ਗਏ ਹੋ, ਤੁਸੀਂ ਉਹਨਾਂ ਦਾ ਭਵਿੱਖ ਖਾ ਗਏ ਹੋ। ਚਿੱਟ ਕੱਪੜੀਓ। ਬਾਕੀ ਜਿਹੜੇ ਤੁਸੀਂ ਹੋ, ਜਿਹੜੇ ਇੰਨੀਆਂ ਸਿਕਿਉਰਟੀਆਂ ਲਈ ਫਿਰਦੇ ਹੋ, ਸਰਕਾਰੀ ਗੱਡੀਆਂ, ਸਵਾਦ ਤਾਂ ਹੈ ਨਾ ਇਹਨਾਂ ਗੱਡੀਆਂ 'ਚ ਤੇਲ ਘਰੋਂ ਪਵਾਓ, ਘਰੋਂ ਪਾਇਆ ਜਾਵੇ, ਤੁਹਾਡੇ ਪੱਲਿਓਂ ਪਏ। ਜੇਕਰ ਤੁਸੀਂ ਸਰਕਾਰੀ ਇੰਨੇ ਗਵਰਨਮੈਂਟ ਦੇ ਨਾਲ ਗੱਡੀਆਂ, ਤੁਹਾਡਾ ਇੱਕ ਇਕੱਲਾ RSS ਦਾ ਮੈਂਬਰ ਭਾਲਦਾ, ਇੱਕ ਮੈਂਬਰ ਪਾਇਲਟ ਤੇ ਸਕਿਉਰਟਾਂ ਭਾਲਦਾ। ਸਵੇਰੇ ਤੜਕੇ ਇੱਕ ਬੰਦਾ ਤੁਹਾਡਾ ਗਰਾਊਂਡ 'ਚ ਆਉਂਦਾ ਝੰਡਾ ਲਾ ਕੇ ਉੱਥੇ RSS ਦਾ, ਤੇ ਉਹ ਉੱਥੇ ਇੱਕ ਖਾਕੀ ਨਿੱਕਰ ਵਾਲਾ ਆਉਂਦਾ, ਤੇ ਸਾਰੇ ਪੰਜਾਬ ਦੀ ਜਿੰਨੇ ਉਸ ਇਲਾਕੇ ਦੀ ਪੁਲਿਸ PCR ਲਟਰਾਂ ਫਟਰ ਉਹਨੂੰ ਵਕਤ ਪੈ ਜਾਂਦਾ। ਕਿੰਨਾ ਨੁਕਸਾਨ ਹੁੰਦਾ ਤੇਲ ਦਾ, ਕਿੰਨਾ ਮੁਲਾਜ਼ਮ ਰਾਤ ਵਾਲੇ ਵੀ ਉੱਥੇ ਜੱਬਦੀ ਸਾਰੀ ਪੁਲਿਸ, ਕਿੰਨੀ ਤਪਾਈ ਵੀ। ਤੁਸੀਂ ਸਵੇਰੇ ਫਿਰ ਉਹੀ ਕੰਮ, ਤੁਹਾਡਾ ਹੀ ਨਹੀਂ ਸਾਰਾ ਦਿਨ ਮੁੱਕਦਾ। ਜਿਹੜਾ ਕ੍ਰਾਈਮ ਹੁੰਦਾ ਉਹਨੂੰ ਕਿਵੇਂ ਰੋਕੇਗੀ ਪੁਲਿਸ, ਦੱਸੋ? ਸਾਰਾ ਦਿਨ ਤੁਹਾਡੀਆਂ ਸਿਕਿਉਰਿਟੀ ਤੇ ਲੰਘ ਜਾਂਦਾ। ਇਹ ਖਾਲਿਸਤਾਨ ਮੁਰਦਾਬਾਦ ਦਾ ਮਾਰਚ ਕੱਢਾਂਗੇ। ਕਿਉਂ ਛੇੜਖਾਨੀਆਂ ਕਰਦੇ? ਕਿਉਂ ਸਮਾਜ ਵਿੱਚ ਨਫ਼ਰਤ ਫੈਲਾਉਂਦੇ ਹੋ? ਖਾਲਸਾ ਰਾਜ ਮਹਾਰਾਜਾ ਰਣਜੀਤ ਸਿੰਘ ਜਿਹਦੇ ਸਾਰੇ ਧਰਮ ਵਾਧੇ ਫੁੱਲਦੇ ਸੀਗੇ। ਅਸੀਂ ਅੱਜ ਤੱਕ ਕਿਸੇ ਦੇ ਧਾਰਮਿਕ ਸਥਾਨ ਤੇ ਜਾ ਕੇ ਕਿਸੇ ਦੀ ਇੱਟ ਵੀ ਪੁੱਟੀ? ਕੋਈ ਸਾਬਤ ਕਰੇ। ਤੁਸੀਂ ਸਮਾਜ ਵਿੱਚ ਨਫ਼ਰਤ ਹੀ ਫੈਲਾਉਂਦੇ ਹੋ। ਉੱਥੇ ਇੱਕ ਉਹ ਕੁੜੀ ਹਿਜਾਬ ਪਾ ਕੇ ਸਕੂਲੇ ਆ ਗਈ, ਤੇ ਤੁਹਾਡੇ ਬੰਦੇ ਕੱਪੜੇ ਘਮਾਰੇ ਸੀ ਐਵੇਂ ਕਰਕੇ। ਉਹ ਸਕੂਲ ਦੇ ਵਿਦਿਆਰਥੀ ਸੀ, ਉਹ ਨਫ਼ਰਤ ਫੈਲਾ ਰਹੇ ਸੀ, ਉਹ ਗੁੰਡਾਗਰਦੀ ਕਰ ਰਹੇ ਸੀ ਸ਼ਰੇਆਮ। ਇੱਕ ਧੀ ਸੀ, ਇੱਕ ਤੇ ਤੁਹਾਡੀਆਂ ਧੀਆਂ ਨਹੀਂ ਘਰੇ ਹੈਗੀਆਂ। ਇੱਕ ਪਾਸੇ ਤਾਂ ਅਸੀਂ ਕਹਿੰਦੇ ਬੇਟੀ ਪੜ੍ਹਾਓ, ਇੱਕ ਪਾਸੇ ਅਸੀਂ ਬੇਟੀ ਨੂੰ ਜੇ ਉਹਦੇ ਧਾਰਮਿਕ ਉਹਦਾ ਰੀਤੀ ਰਿਵਾਜਾਂ ਨਾਲ ਜਾ ਰਹੀ ਤੇ ਅਸੀਂ ਉਹਨੂੰ ਰੋਕ ਰਹੇ ਹਾਂ। ਕਿਉਂ ਰੋਕ ਰਹੇ ਹਾਂ ਵੀ? ਉਹ ਕਿਹੜਾ ਨੰਗੀ ਧੜੰਗੀ ਜਾ ਰਹੀ, ਉਹ ਤਾਂ ਸਗੋਂ ਉਹਦਾ ਕੱਜ ਕੇ ਜਾ ਰਹੀ ਸਾਰਾ ਵਧੀਆ ਸਰੀਰ। ਸਗੋਂ ਸਾਨੂੰ ਵਧੀਆ ਲੱਗਣਾ ਚਾਹੀਦਾ। ਕਿਸੇ ਦੇ ਧਰਮ ਕਿਉਂ ਕਿਸੇ ਦੇ ਧਰਮ ਮਾੜਾ, ਸਗੋਂ ਸੋਹਣਾ ਲੱਗਣਾ ਚਾਹੀਦਾ ਸੀ। ਔਰ ਧੀਆਂ ਭੈਣ ਕੇ ਐਵੇਂ ਸਿਰ ਕੱਜ ਕੇ ਰੱਖੋ ਪੁੱਤਰ, ਦੇਖ ਕਿੱਡਾ ਸੋਹਣਾ ਲੱਗ ਰਿਹਾ। ਤੇ ਕੱਪੜੇ ਘਮਾ ਰਹੇ ਨੇ ਤੇ ਕੀ ਕੁਛ ਕਰ ਰਹੇ ਨੇ। ਉਹ ਮਾੜੀ ਮੋਟੀ ਸ਼ਰਮ ਕਰੋ ਯਾਰ। ਇਹ ਦੇਸ਼ ਵਿੱਚ ਸਾਰਿਆਂ ਦਾ ਦੇਸ਼ ਏ। ਸਾਡੀਆਂ ਕੁਰਬਾਨੀਆਂ ਦੇਖੋ ਕਿੰਨੀਆਂ ਨੇ। ਸਾਡੇ ਵੱਡੇ ਵਡੇਰੇ ਉਸ ਵੇਲੇ ਟ੍ਰੇਨਾਂ ਤੇ ਚੜ੍ਹ ਕੇ ਲਾਹੌਰੋਂ ਅੰਮ੍ਰਿਤਸਰ ਆ ਕੇ ਜੈਤੋ ਦੇ ਮੋਰਚੇ ਦੇ ਡਾਂਗਾ ਖਾਂਦੇ ਸੀ। ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਬਣਾਇਆ, ਤੇ ਉਹਦੇ ਅੱਜ ਕੀ ਹਾਲਾਤ ਹੋਏ ਪੈਣ। ਉਹ ਖਾਲਸਾ ਜੀ ਵੀ ਜੇ ਡੁੱਬ ਮਰਨਾ ਨਾ ਸਾਰੇ ਪਾਣੀ 'ਚ, ਨਾ ਮਰਨ ਦੀ ਲੋੜ ਨਹੀਂ ਹੈਗੀ।
ਵੀ ਛੋੜਾ ਚੱਪਣੀ ਦੇ ਨੱਕ ਜਿੰਨੇ ਚੱਪਣੀ ਡੋਬਦੇ ਉਨਾ ਹੀ ਬੜੀ ਫਿਰ ਸਾਡੇ ਲਈ, ਜੇ ਇਹ ਲੋਕ ਇਹੋ ਜਿਹੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦੇ ਤਾਂ। ਕਦੀ ਅੱਜ ਤੱਕ ਸਿੱਖਾਂ ਨੇ ਵੀ ਕਦੀ ਕਿਸੇ ਦਾ ਕੋਈ ਧਾਰਮਿਕ ਸਥਾਨ ਤੇ ਕਦੀ ਕੁਝ ਕਿਸੇ ਦੀ ਇੱਟ ਤੱਕ ਵੀ ਪੱਟ ਕੇ ਲੈਂਦੀ, ਕਿਸੇ ਲਈ ਮਾੜਾ, ਕਿਸੇ ਦੀ ਧੀ ਭੈਣ ਨੂੰ ਅੱਜ ਤੱਕ ਮਾੜਾ ਕਿ ਇੱਟਾਂ ਬਚਾਉਂਦੇ ਆ। ਤੁਸੀਂ ਕੀ ਕਰਦੇ ਹੋ? ਤੁਹਾਡਾ ਕੰਮ ਹੀ ਇਹ ਆ, ਸਿਉਂਕ ਵਾਂਗੂ ਪੰਜਾਬ ਨੂੰ ਖਾ ਰਹੇ ਹੋ ਤੁਸੀਂ। ਹੋਰ ਵੀ ਕਿਸੇ ਸਟੇਟ ਵਿੱਚ RSS ਨੂੰ ਇੰਨੀ ਸਿਕਿਉਰਿਟੀ ਕੋਈ ਦੱਸੋ, ਨਾਲ ਦੀਆਂ ਲੱਗਦੀਆਂ ਸਟੇਟਾਂ ਨੇ। ਵੈਸੇ ਤਾਂ ਜੇ ਮੈਂ ਜਦੋਂ ਪੰਜਾਬ ਦੀ ਗੱਲ ਕਰਦਾ, ਪੰਜਾਬ ਦੇ ਵਿੱਚ ਹਿਮਾਚਲ ਦੀ ਵੀ ਗੱਲ ਕਰਦਾ ਤੇ ਹਰਿਆਣੇ ਦੀ ਵੀ, ਤੇ ਕੁਝ ਹਿੱਸਾ ਯੂਪੀ ਤੇ ਰਾਜਸਥਾਨ ਦਾ ਵੀ। ਮੈਂ ਉਹ ਪੰਜਾਬ ਪ੍ਰਾਂਤ ਦੀ ਗੱਲ ਕਰ ਰਿਹਾ ਜਿਹੜਾ ਕਿ ਦਿੱਲੀ ਤੋਂ ਲੈ ਕੇ ਸਾਰਾ ਸੀਗਾ। ਕੁਛ ਇੱਕ ਪਾਸੇ ਤਾਂ ਸਾਡੇ ਵਾਲਿਆਂ ਦੀਆਂ ਵੀ ਗਲਤੀਆਂ, ਉਸ ਵੇਲੇ ਦੀਵਾਲੀ ਅੰਮ੍ਰਿਤਸਰ ਮਨਾਉਣ ਆ ਗਏ, ਦਿੱਲੀ ਕਿਹਦੇ ਲਈ ਛੱਡ ਕੇ ਆਏ ਸੀ? ਜਦੋਂ ਜਿੱਤੀ ਸਾਰਾ ਕੁਝ ਸੁੰਨੀ ਛੱਡ ਆਏ ਸੀ। ਉਸ ਤੋਂ ਬਾਅਦ ਅੰਗਰੇਜ਼ ਆਇਆ। ਸਾਡੇ ਵੱਡਿਆਂ ਨੇ ਇੰਨੀਆਂ ਜੰਗਾਂ ਜਿੱਤੇ, ਕੁਝ ਗਲਤੀਆਂ ਵੀ ਕੀਤੀਆਂ ਉਹਨਾਂ ਨੇ। ਮਹਾਰਾਜਾ ਰਣਜੀਤ ਸਿੰਘ ਦਾ ਐਡਾ ਰਾਜ ਭਾਗ ਸੀ, ਇੰਨਾ ਸਾਰਾ ਕੁਝ ਉੱਤਰਾਧਿਕਾਰੀ ਉਹਦੇ ਜਿਉਂਦੇ ਜੀ ਇਹਨੂੰ ਉੱਤਰਾਧਿਕਾਰੀ ਨੂੰ ਪੂਰੀਆਂ ਪਾਵਰਾਂ ਨਹੀਂ ਸੌਂਪੀਆਂ। ਕਿਵੇਂ ਰਾਜ ਦਾ ਪਤਨ ਹੋਇਆ, ਜਿਹਦੇ ਵਿੱਚ ਸਾਰੇ ਧਰਮਾਂ ਨੂੰ ਬਰਾਬਰਤਾ ਸੀ, ਕਿਸੇ ਦੀ ਕੋਈ ਗੱਲ ਹੀ ਨਹੀਂ ਹੈਗੀ ਸੀਗੀ। ਇੱਥੇ ਨਫ਼ਰਤ ਹੀ ਨਫ਼ਰਤ ਹੀ ਨਫ਼ਰਤ ਹੀ। ਜਦੋਂ ਦਾ ਪੰਜਾਬ ਦਾ ਕੋਈ ਮੁੱਖ ਮੰਤਰੀ ਬਣ ਜਾਂਦਾ, ਉਸ ਵੇਲੇ ਕੈਰੋਂ ਦੀਆਂ ਕਿੰਨੀਆਂ ਸ਼ਿਕਾਇਤਾਂ ਨਹਿਰੂ ਕੋਲੇ ਕਰਦੇ ਸੀ ਜਾ ਕੇ। ਜਦੋਂ ਸਾਰੇ ਲਗਾਈ ਰਹੋ, ਸ਼ਿਕਾਇਤਾਂ ਕਰੀ ਜਾਊਗੀ, ਅਗਲੇ ਦੇ ਮਨ 'ਚ ਤਾਂ ਆਏਗਾ ਹੀ ਨਾ, ਖਰੇ ਇਹ ਬੰਦਾ ਗਲਤ ਹੀ ਨਾ ਹੋਵੇ। ਵੀ ਜਿਹਨੇ ਇੱਕ ਬੰਦੇ ਨੇ ਇੰਨੀ ਮਿਹਨਤ ਕਰਕੇ ਤੇ ਪੰਜਾਬ ਵਸਾਇਆ ਤੇ ਸਾਰੀ ਲੈਂਡ ਨੂੰ ਸੈੱਟ ਕੀਤਾ ਇੱਕ ਬੰਦੇ ਨੇ। ਹੁਣ ਵੀ ਉਹੀ ਕੰਮ। ਕੈਪਟਨ ਦੇ ਦਫ਼ਤਰ ਵਿੱਚ ਵੀ ਵੜ ਕੇ, ਇੱਥੇ ਇੱਕ ਐਕਸੀਡੈਂਟ ਹੋਇਆ ਸੀਗਾ, ਉਹਨਾਂ ਨੇ IG ਸਾਹਿਬ ਤੋਂ ਫੋਨ ਕਰਾਇਆ। ਉਹ ਜਿਹੜਾ ਇੱਕ ਆਇਆ ਸੀ ਉੱਥੋਂ, ਕਹਿੰਦਾ ਮੈਂ ਉੱਥੇ ਆ, ਸਾਡਾ ਬੜਾ ਦਬਦਬਾ ਹੈ RSS ਦਾ ਕੈਪਟਨ ਦੇ ਉੱਥੇ CM ਹਾਊਸ 'ਚ। ਜਿਹੜੇ ਕਿ ਅੱਜ ਕੱਲ੍ਹ ਭਗਵੰਤ ਮਾਨ ਨੂੰ ਵੀ ਦਬਾਉਣ ਦੀ ਬੜੀ ਕੋਸ਼ਿਸ਼ ਕੀਤੀ, ਜਿਨ੍ਹਾਂ ਨੇ ਬੁਲਾਇਆ ਵੀ, ਬਾਰਡਰਾਂ ਤੇ ਜਾ ਕੇ ਕੀ ਕੁਛ ਕਰਦੇ ਰਹੇ, ਜਿਹੜਾ ਕਿ ਇੱਕ CM ਦਾ ਬਣਦਾ। ਸਰਕਾਰ ਦਾ ਥੋੜਾ ਬਣਦਾ ਵੀ ਕੋਈ DGP ਕਰੇ ਜਾਂ ਰਾਜਪਾਲ ਕਰੇ। ਹਿੰਦੂ ਖਤਰੇ ਜੀ, ਹਿੰਦੂਆਂ ਨੇ ਇੰਨੀਆਂ ਪਾਰਟੀਆਂ, ਪ੍ਰਧਾਨ ਮੰਤਰੀ ਤੁਹਾਡਾ, ਬਾਰਡਰ ਸਾਰਾ ਤੁਸੀਂ ਘੇਰਿਆ ਹੋਇਆ, ਚਾਰ ਚਫੇਰਿਓ ਪੰਜਾਬ ਨੂੰ, ਚਾਰ ਚਫੇਰਿਓ ਪੰਜਾਬ ਦੇ ਗਲ 'ਚ ਗੂਠਾ ਦਿੱਤੀ ਜਾਂਦੇ ਹੋ। ਹਲੇ ਕਿੰਨੇ ਹਿੰਦੂ ਨੂੰ ਖਤਰਾ? ਉਹ ਮੇਰੇ ਹਿੰਦੂ ਭਰਾਵੋ, ਹੱਥ ਜੋੜ ਕੇ ਬੇਨਤੀ ਹੈ, ਮੈਂ ਤੁਹਾਨੂੰ ਵਾਰ-ਵਾਰ ਕਹਿ ਰਿਹਾ, ਤੁਸੀਂ ਉਹੀ ਬੰਦੇ ਹੋ ਜਿਹੜੇ ਸਾਡੇ ਵੀ ਵੱਡੇ ਵਡੇਰੇ ਪਾਕਿਸਤਾਨ ਤੋਂ ਗੁਰੂ ਗ੍ਰੰਥ ਸਾਹਿਬ ਸਿਰਾਂ ਚੁੱਕ ਕੇ ਲਿਆਏ ਸੀ, ਤੁਸੀਂ ਵੀ ਲੈ ਕੇ ਆਏ ਸੀ, ਇੰਨਾ ਸਤਿਕਾਰ ਕਰਦੇ ਸੀ। ਹੁਣ ਤੁਹਾਨੂੰ ਕੀ ਹੋ ਗਿਆ ਵੀ ਸਾਰੇ ਦੇਸ਼ ਦੀ ਵਾਗਡੋਰ ਆਪਾਂ ਨੇ ਸੰਭਾਲਣੀ। ਤੁਸੀਂ ਜਦੋਂ ਵਕਤ ਉਸ ਵੇਲੇ ਵੀ ਤੁਸੀਂ ਹਿੰਦੀ ਭਾਸ਼ਾ ਲਿਖਾਈ, ਟੁਕੜੇ ਕਰਵਾਏ ਪੰਜਾਬ ਦੇ। ਹੁਣ ਵੀ ਤੁਸੀਂ ਕੀ ਕੁਛ ਕਰ ਰਹੇ ਹੋ? ਕਮਾਲ ਹੋ ਗਈ ਯਾਰ। ਤੁਸੀਂ ਥੋੜਾ ਬਹੁਤਾ ਸੋਚੋ, ਉਹਦੇ ਬੱਚਿਆਂ ਲਈ ਸੋਚ ਲਓ। ਕੱਲ ਨੂੰ ਤੁਹਾਡੇ ਬੱਚੇ ਤੁਹਾਡੇ ਨਾਲ ਨਫ਼ਰਤ ਕਰਨਗੇ ਵੀ ਸਾਡੇ ਵੱਡੇ ਵਡੇਰੇ ਨੇ ਆਹ ਕੁਝ ਕੀਤਾ। ਫਿਰ ਉਹੀ ਕਬੀਰ ਸਾਹਿਬ ਦਾ ਗੁਰਬਾਣੀ ਦੇ ਵਿੱਚ, ਕਬੀਰ ਡੁਬੋਗੇ ਰੇ ਬਪਰੇ ਬਹੁ ਲੋਗਣ ਕੀ ਕਾਣ। कबीर डूबोगे रे बपरे बहु लोगन की कान। पासरो के जो हुआ पारोसी परोसी के जो हुआ तू अपने पी जान। ਜਿਹੜਾ ਸਾਡੇ ਨਾਲ ਹੋਇਆ ਨਾ, ਫਿਰ ਤੁਸੀਂ ਆਪਣੇ ਨਾਲ ਵੀ ਸਮਝੋ। ਪਰੋਸੀ ਕੇ ਜੂਆ ਤੂੰ ਆਪਣੇ ਵੀ ਜਾਣ। ਜੇ ਤੁਸੀਂ ਸਾਡੇ ਨਾਲ ਇੰਨਾ ਕੁਝ ਕੀਤਾ ਨਾ, ਫਿਰ ਤੁਹਾਡੇ ਨਾਲ ਵੀ ਹੋਏਗਾ। ਦੇਖੋ, ਇਸ ਲਈ ਤੁਹਾਨੂੰ ਵਾਰ-ਵਾਰ ਕਹਿ ਰਹੇ ਹਾਂ ਵੀ ਪੰਜਾਬ ਦਾ ਖਾਣੇ ਹੋ, ਜਿਸ ਥਾਲੀ 'ਚੋਂ ਖਾਈਦਾ ਉਹਨੂੰ ਛੇਕ ਨਹੀਂ ਕਰੀਦਾ, ਉਹਦੇ ਵਿੱਚ ਮੂਤ ਨਹੀਂ ਕਰੀਦਾ ਹੁੰਦਾ ਥਾਲੀ ਦੇ ਵਿੱਚ। ਪੰਜਾਬ ਦੀ ਗੱਲ ਕਰੋ, ਪੰਜਾਬ ਦੇ ਪਾਣੀ ਤੁਸੀਂ ਜਾ ਕੇ ਸੈਂਟਰ ਤੇ, ਤੁਸੀਂ ਸੈਂਟਰਲ ਵੇਖਦੇ ਹੋ। ਮੈਂ ਤੁਹਾਨੂੰ ਵਾਰ-ਵਾਰ ਕਹਿ ਰਿਹਾ ਵੀ ਤੁਸੀਂ ਪੰਜਾਬੀ ਹੋ, ਆਪਾਂ ਇਕੱਠੇ ਰਹੀਏ, ਆਪਣਾ ਹੱਕ ਬਣਦਾ। ਇੰਨੀਆਂ ਕੁਰਬਾਨੀਆਂ ਨੇ ਆਪਣੀਆਂ, ਆਪਾਂ ਰਾਜ ਸੱਤਾ ਨਹੀਂ ਭੋਗ ਸਕਦੇ। ਦੇਸ਼ 'ਚ ਕੋਈ ਰਾਜ ਸੱਤਾ ਹੋਰ ਭੋਗ ਰਿਹਾ,
ਪੰਜਾਬ ਦੇ ਟੁਕੜੇ 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 ਕਰਵਾ ਕੇ ਕਿਸ ਵੇਲੇ ਤੋਂ ਲੱਗੇ ਹੋ ਤੁਸੀਂ? ਹੁਣ ਤੁਹਾਨੂੰ ਗੁਰੂ ਗੋਬਿੰਦ ਸਿੰਘ ਨੇ ਬਣਾਇਆ ਖਾਲਸਾ ਪਿਓਰ। ਸਾਰਾ ਦੇਸ਼ ਕਹਿੰਦਾ ਵੀ ਖਾਲਸਾ ਨੂੰ ਬਣਾਉਣਾ, ਤੇ ਤੁਸੀਂ ਕਹਿੰਦੇ ਤੁਸੀਂ ਮੁਰਦਾਬਾਦ ਦਾ ਮਾਰਚ ਕੱਢਣ ਨੂੰ। ਕਦੀ ਕਿਸੇ ਨੇ ਆਖਿਆ ਵੀ ਹਿੰਦੁਸਤਾਨ ਮੁਰਦਾਬਾਦ, ਜਿਹੜਾ ਹਿੰਦੁਸਤਾਨ ਮੁਰਦਾਬਾਦ ਹੈ ਜਿਹੜਾ ਤੁਸੀਂ ਕਹਿੰਦੇ ਹੋ, ਜਿਹੜਾ ਗੁਰੂ ਨਾਨਕ ਸਾਹਿਬ ਨੇ ਹਿੰਦੁਸਤਾਨ ਕਿਹਾ? ਹਾਂ, ਹਿੰਦੁਸਤਾਨ ਇੱਕ ਇਲਾਕਾ ਹੈ, ਨਾ ਕਿ ਧਰਮ ਹੈ ਕੋਈ। ਤੁਸੀਂ ਫਿਰ ਕਦੀ ਭਗਵੇਂ ਝੰਡੇ ਦੀ ਕਿਤੇ ਥਾਂ ਥਾਂ ਤੇ ਲਾਉਣੇ ਹੋ। ਅਸੀਂ ਤਾਂ ਖਾਲਸਾ ਹੀ ਝੰਡੇ ਦੇ ਉੱਤੇ ਜਿੱਥੇ ਝੁਲਦਾ ਸੀ ਉੱਥੇ ਤੁਹਾਡਾ ਨਹੀਂ ਗਾ, ਤਿਰੰਗਾ ਸਾਡਾ ਹੈ। ਤਿਰੰਗਾ ਸਾਡਾ ਹੈ, ਉੱਤੇ ਖਾਲਸਾ ਹੀ ਰੰਗ ਹੈ, ਥੱਲੇ ਜਿਹੜੇ ਸ਼ਾਂਤੀ ਦਾ ਤੇ ਹਰਾ ਹਰਾ ਕਿਸਾਨੀ ਦਾ ਤੇ ਗੁਰੂ ਅਰਜਨ ਦੇਵ ਜੀ ਸ਼ਹੀਦੀ ਦਾ ਰੰਗ ਹੈ। ਤਿਰੰਗਾ ਸਾਡਾ ਹੈ, ਤੁਸੀਂ ਉਹਦਾ ਭਗਵਾਂ ਲਾਉਂਦੇ ਹੋ। ਇਸ ਦੇਸ਼ ਦਾ ਖਾ ਕੇ ਤੇ ਇਹਨੂੰ ਨਫ਼ਰਤ ਨਾ ਕਰੋ। ਕੁਰਬਾਨੀਆਂ ਵੇਖੋ ਕਿੰਨੀਆਂ ਕੀਤੀਆਂ। ਭਾਗਾਂ ਵਾਲੇ ਦੀ ਗੱਲ ਕਈ ਕਰਦੇ ਨੇ, ਭਾਗਾਂ ਵਾਲੇ ਦੀ ਗੱਲ ਕਰਨ ਲੱਗੇ ਪਹਿਲਾਂ ਉਹਨਾਂ ਦੀ ਸਹੂਲਤਾਂ ਵੇਖੋ। ਹੁਣ ਤੇ ਕਹੇ ਸੀ ਸਾਮਰਾਜਵਾਦ ਮੁਰਦਾਬਾਦ ਤੇ ਸਮਾਜਵਾਦ ਜਿੰਦਾਬਾਦ। ਸਮਾਜਵਾਦ ਸਾਨੂੰ ਕਿਹਾ ਸੀ ਜਿੰਦਾਬਾਦ, ਤੇ ਸਾਮਰਾਜਵਾਦ ਮੁਰਦਾਬਾਦ ਕਿਹਾ ਸੀ। ਜਿਹੜਾ ਅੰਗਰੇਜ਼ ਸੀਗਾ, ਉਹਨਾਂ ਨੂੰ ਅੰਗਰੇਜ਼ ਸਮਝ ਗਏ ਸੀ ਇਹ ਸਾਮਰਾਜ ਨੂੰ ਸਮਝਦਾ, ਇਸ ਵੀ ਨੌਜਵਾਨ ਆਉਣ ਵਾਲੇ ਸਮੇਂ 'ਚ ਖਤਰਾ ਹੋਵੇਗਾ ਸਾਡੇ ਲਈ। ਭਾਗਾਂ ਵਾਲੇ ਜਦੋਂ ਲਾਸਟ ਟਾਈਮ ਫਾਂਸੀ ਤੱਕ ਹੋਏ, ਉਹ ਕਹਿੰਦੇ ਸੀ ਵੀ ਮੇਰੇ ਧੀਰ ਸਿੰਘ ਨੂੰ ਕਿਹਾ ਸੀ ਵੀ ਮੈਂ ਅੰਮ੍ਰਿਤ ਛਕ ਕੇ ਸਿੱਖ ਸੱਜਣਾ। ਭਾਗਾਂ ਵਾਲੇ ਇੱਕ ਸਾਊ ਬੱਚਾ ਸੀ, ਸ਼ਰੀਫ, ਜਿਹੜਾ ਦੁੱਧ ਦਾ ਵੀ ਕੰਮ ਕਰਦਾ ਸੀ। ਭਾਗਾਂ ਵਾਲਾ ਜਦੋਂ ਜੰਮਿਆ ਤੇ ਚਾਚਾ ਜੀਤ ਸਿੰਘ ਤੇ ਪਿਤਾ ਕਿਸ਼ਨ ਸਿੰਘ ਤੇ ਦਾਦਾ ਅਰਜਨ ਸਿੰਘ, ਸਾਰੇ ਉਹ ਜੇਲੋਂ ਆਏ ਸੀਗੇ ਛੁੱਟ ਕੇ। ਭਾਗਾਂ ਵਾਲਾ ਤਾਂ ਸਮਾਜ ਦੀ ਗੱਲ ਕਰਦਾ ਸੀ, ਤੇ ਉਹ ਇੱਕ ਦਿਨ ਬਿੱਟਾ ਰੋਲਾ ਬੜਾ ਪਾ ਰਿਹਾ ਸੀ, ਐ ਫਲਾਣਾ ਜੇ ਉਹ ਬਿੱਟਿਆ ਉਹ ਵੀਰ ਇੰਨੀ ਸਿਕਿਉਰਿਟੀ ਭਗਤ ਸਿੰਘ ਨੇ ਆਖਿਆ ਸੀ ਵੀ ਇੰਨੀ ਜੈਟ ਸਿਕਿਉਰਿਟੀ ਲੈ ਕੇ ਫਿਰੋ, ਇੰਨੀਆਂ ਨੇ ਗੱਡੀਆਂ। ਭਾਗਾਂ ਵਾਲੇ ਇਸ ਸਮਾਜਵਾਦ ਦੀ ਗੱਲ ਕਰਦਾ ਸੀ। ਪਹਿਲੀ ਤਾਂ ਗੱਲ ਤੁਸੀਂ ਉਹਦੀ ਗੱਲ ਕਰ ਹੀ ਨਹੀਂ ਸਕਦੇ। ਤੁਸੀਂ ਕਹਿੰਦੇ ਵੈਸੇ ਕਾਂਗਰਸ ਤੇ ਮੈਂ ਕਿਤਾ ਫਲਾਣਾ, ਤੇਰੀ ਕਾਂਗਰਸ ਲਾਲਾ ਲਾਜਪਤ ਰਾਏ ਦੇ ਇੱਕ ਨਾਲ ਹੋਰ ਸੀ, ਉਹਦਾ ਮੈਨੂੰ ਨਾਮ ਭੁੱਲ ਗਿਆ, ਉਹਨੇ ਛਤਰੀ ਫੜੀ ਸੀ, ਉਹ ਛਤਰੀ ਡੰਡਾ ਮਾਰਿਆ ਇੱਕ ਅੰਗਰੇਜ਼ ਅਫਸਰ ਨੇ, ਕੋਈ ਡਾਂਗਾ ਮਾਰ ਕੇ ਸ਼ਹੀਦ ਨਹੀਂ ਕੀਤਾ। ਬਾਅਦ 'ਚ ਜਦੋਂ ਰਿਪੋਰਟ ਆਈ ਵੀ ਇਹਦਾ ਦਿਲ ਦੀ ਤਾਪ ਸ਼ਕਤੀ ਵਧਣ ਕਰਕੇ, ਗਰਮੀ ਸੀਗੀ, ਤਾਪ ਸ਼ਕਤੀ ਵਧਣ ਕਰਕੇ ਤੇ ਲਾਲਾ ਜੀ ਦੀ ਮੌਤ ਹੋਈ। ਤੁਹਾਡੀ ਕਾਂਗਰਸੀ ਨੇਤਾ ਸਰਲਾ ਦੇਵੀ ਬੰਗਾਲ ਤੋਂ ਭੱਜਦੀ ਆ ਕੇ ਪੰਜਾਬ ਦੇ ਮਰਦਪੁਣੇ ਨੇ ਵਿਗਾੜਦੀ। ਤੇ ਫਿਰ ਭਗਤ ਸਿੰਘ ਇੱਕ ਮਰਦ ਸੀਗਾ, ਸਾਊ ਮਰਦ ਸੀ, ਵੀ ਲਾਲਾ ਲਾਜਪਤ ਰਾਏ ਨੂੰ ਇਹਨਾਂ ਨੇ ਐਂ ਕਰਤਾ ਫਲਾਣਾ ਕਰਤਾ। ਪਹਿਲਾਂ ਵੀ ਉਹਨੇ ਬੰਬ ਸੱਟੇ ਅਸੈਂਬਲੀ 'ਚ, ਉਹਨੇ ਉਦੋਂ ਨਹੀਂ ਕਿਸੇ ਨੂੰ ਮਾਰਿਆ। ਭਾਗਾਂ ਵਾਲੇ ਨੇ, ਭਾਗਾਂ ਵਾਲਾ ਤਾਂ ਕਿਸੇ ਦੀ ਜਾਨ ਲੈਣ ਦੇ ਹੱਕ ਵਿੱਚ ਹੀ ਨਹੀਂ ਸੀ। ਤੁਸੀਂ ਉਹ ਕਸਾਇਆ ਤੇ ਤੁਸੀਂ ਉਹ ਤੋਂ ਸਾਂਡਰਸ ਮਰਵਾਇਆ ਜਨਰਲ ਸਕਿਉਰਟ ਦੀ ਥਾਂ ਤੇ। ਹੁਕਮ ਦੇਣ ਵਾਲਾ ਸਕਿਉਰਟ ਸੀ ਤੇ ਪਾਲਣਾ ਕਰਨ ਵਾਲਾ ਸਾਂਡਰਸ ਸੀ। ਕੋਈ ਲਾਲਾ ਲਾਜਪਤ ਦੇ ਡਾਂਗਾ ਨਹੀਂ ਮਾਰੀਆਂ, ਕੋਈ ਡਾਂਗਾ ਮਾਰ ਕੇ ਸ਼ਹੀਦ ਨਹੀਂ ਕੀਤਾ। ਲਾਲਾ ਲਾਜਪਤ ਸਾਡਾ ਪੰਜਾਬੀ ਸੀ, ਯੋਧਾ ਸੀਗਾ, ਡਾਂਗਾ ਨਾਲ ਅਸੀਂ ਸ਼ਹੀਦ ਨਹੀਂ ਹੁੰਦੇ, ਤੇ ਗੋਲੀਆਂ ਨਾਲ ਨਹੀਂ ਸ਼ਹੀਦ ਹੁੰਦੇ, ਅਮਰ ਹੀ ਰਹਿੰਦੇ ਆ। ਉਹ ਕਿਹੜੀ ਗੱਲ ਕਰਾਂ। ਬਾਕੀ ਮੈਂ ਸੀਐਮ ਪੰਜਾਬ ਨੂੰ ਬੇਨਤੀ ਕਰਦਾ ਹੱਥ ਜੋੜ ਕੇ, ਭਗਵੰਤ ਮਾਨ ਵੱਡੇ ਵੀਰ, ਜਿਹੜੇ ਬੇਰੁਜ਼ਗਾਰ ਨੌਜਵਾਨ ਨੇ ਨਾ, ਇਹਨਾਂ ਨੂੰ ਨੌਕਰੀਆਂ ਦਿਓ ਜਲਦੀ, ਕਿਉਂਕਿ ਆਹ ਜਿਹੜਾ ਐਂਟੀ ਗੈਂਗਸਟਰ ਬਣਾਇਆ ਹੋਇਆ ਨਾ ਸਟਾਫ ਸਟੂਫ, ਇਹਨਾਂ ਦੀ ਲੋੜ ਨਹੀਂ ਹੈਗੀ।
ਇਹ ਗੈਂਗਸਟਰ ਕਿਉਂ ਬਣੇ ਨੇ? ਮਹਿਲ ਸਿੰਘ ਭੁੱਲਰ ਡੀਜੀਪੀ ਪੰਜਾਬ ਸੀ ਉਸ ਵੇਲੇ, ਉਹ ਨੌਜਵਾਨਾਂ ਨੂੰ ਨੌਕਰੀ ਦਿੰਦਾ ਸੀ, ਉਹ ਵੇਖਦਾ ਰਹਿੰਦਾ ਸੀ ਕਿਹੜਾ ਪੰਜਾਬ 'ਚੋਂ ਫਸਟ ਆਇਆ, ਕਿਹੜਾ ਨੈਸ਼ਨਲ 'ਚ ਫਸਟ ਆਇਆ, ਨਾਲ ਦੀ ਨਾਲ ਨੌਕਰੀ ਮਗਰ ਤੁਰਿਆ ਫਿਰਦਾ ਸਪੋਰਟਸਮੈਨਾਂ ਦਾ। ਮੈਂ ਆਪ ਵੇਖਿਆ ਬਾਪੂ ਨੂੰ 1996 'ਚ ਇੰਡੀਆ ਪੁਲਿਸ ਹੋ ਰਹੀ ਸੀ, ਮੈਂ ਵੀ ਉਸੇ ਵਿੱਚ ਭਾਗ ਲਿਆ ਸੀ। ਇੰਦਰਜੀਤ ਨੂੰ, ਜਿਹੜੀ ਤਲਵੰਡੀ ਵਾਲੇ ਕੁਲਵਿੰਦਰ ਕੋਚ ਦੀ ਸਟੂਡੈਂਟ ਸੀ, ਇੱਕ ਉਹ ਗਿਆਨੀ ਜਿਹੜਾ ਲੌਂਗ ਜੰਪ ਵਾਲਾ ਸੀਗਾ, ਤੇ ਇੱਕ ਪੋਲ ਬੈਲਟ ਵਾਲਾ ਸੀਗਾ। ਇਹਨਾਂ ਨੂੰ ਕਹਿੰਦੇ ਵੀ ਮੈਡਲ ਲੈਣੇ, 골ਡ ਹੀ ਲੈਣੇ, ਆਪਣਾ ਇੰਡੀਆ, ਆਪਣੀ ਪੰਜਾਬ ਪੁਲਿਸ ਚੈਂਪੀਅਨ ਬਣਾਉਣੀ, BSF ਨਾ ਬਣ ਜੇ ਜਾਂ CRP ਨਾ ਬਣੇ, ਆਪਾਂ ਬਣਨਾ। ਨੌਕਰੀਆਂ ਦਿੰਦਾ ਸੀ। ਦਲੀਪੇ ਵਰਗਨ 20 ਵਾਰੀ ਚੁੱਕ ਕੇ ਲਿਆ, ਕੈਂਟਰ ਭੇਜ ਦਿੰਦੇ, ਜਬ ਲਿਆਓ ਚੁੱਕ ਕੇ ਸਪੋਰਟਸਮੈਨ। ਉਹ ਕਦਰ ਕਰਦਾ, ਉਸ ਨੂੰ ਕਿਉਂ ਨਹੀਂ ਸੀ ਕੋਈ ਗੈਂਗਸਟਰ ਹੈਗਾ। ਅੱਜ ਗੈਂਗਸਟਰ ਕਿਉਂ ਬਣੇ, ਇਹਦੀ ਵਜ੍ਹਾ ਤਾਂ ਜਾਣੋ। ਐਂਟੀ ਗੈਂਗਸਟਰ ਸਟਾਫ ਬਣਾਉਣ ਦੇ ਨਾਲੋਂ ਵੀ ਵੇਖਿਆ ਜਾਵੇ ਵਜ੍ਹਾ ਕੀ ਹੈ। ਨੌਕਰੀਆਂ ਨਹੀਂ ਮਿਲ ਰਹੀਆਂ ਨੌਜਵਾਨਾਂ ਨੂੰ। ਕੁਝ ਸਾਡੇ ਵੀ ਅਫਸਰ ਨੇ ਜਿਹੜੇ ਮੈਂ ਕੁਝ ਨਹੀਂ ਕਹਿ ਸਕਦਾ, ਅੱਤਵਾਦ ਦੇ ਟਾਈਮ ਵੀ ਤੇ ਅੱਜ ਵੀ ਥੋੜਾ ਬਹੁਤਾ ਉਹਨਾਂ ਨੂੰ ਵੇਖਣਾ ਚਾਹੀਦਾ ਵੀ ਨੌਜਵਾਨਾਂ ਦਾ ਸਾਥ ਦੇਣਾ ਚਾਹੀਦਾ, ਵੀ ਬਈ ਪ੍ਰੈਕਟਿਸਾਂ ਕਰੋ, ਗੌਰਮੈਂਟ ਨੂੰ ਬੇਨਤੀਆਂ ਕਰੋ ਵੀ ਤੁਸੀਂ ਉਹਦਾ ਬੜੇ ਪਿਆਰ ਨਾਲ ਉਹਨਾਂ ਨੂੰ ਸਮਝਾਇਆ ਜਾਵੇ। ਪਹਿਲਾਂ ਵੀ ਬਹੁਤ ਸ਼ਿਕਾਰ ਖੇਡਿਆ ਗਿਆ ਨੌਜਵਾਨਾਂ ਦਾ। ਭਗਵੰਤ ਮਾਨ ਵੀਰ, ਮੈਂ ਪੜ੍ਹਦਾ ਹੁੰਦਾ ਸੀ ਜਦੋਂ ਤੁਹਾਡੇ ਕੈਸਟਾਂ ਆਉਂਦੀਆਂ ਸੀ, ਕੁਲਫੀ ਗਰਮਾ ਗਰਮ, ਮਿੱਠੀਆਂ ਮਿਰਚਾਂ, ਮਿੱਠੇ ਪੋਚੇ, ਉਹਦੇ ਵਿੱਚ ਰਾਜਨੀਤੀ ਦੀ ਗੱਲਾਂ ਹੁੰਦੀਆਂ ਸੀ ਸਾਰੀਆਂ, ਵੀ ਐਂ ਮੰਤਰੀ ਐਂ ਖਾਂਦੇ ਨੇ। ਪਰ ਅੱਜ ਤੁਸੀਂ ਖੁਦ ਮੁੱਖ ਮੰਤਰੀ ਬਣੇ ਹੋ, ਵੀ ਤੁਹਾਨੂੰ ਜਗਤਾਰ ਜੱਗੀ ਵੀ ਕਹਿੰਦਾ ਤੁਸੀਂ ਜੁਗਣੂ, ਤੇ ਮੈਂ ਵੀ ਤੁਹਾਨੂੰ ਤਕਰੀਬਨ ਇਹੀ ਕਹਿੰਦਾ ਰਿਹਾ, ਪਰ ਹੁਣ ਤੁਸੀਂ CM ਬਣ ਗਏ ਹੋ। ਜੁਗਣੂ ਜਿਹੜਾ ਹੁੰਦਾ ਨਾ, ਜੁਗਣੂ, ਇਹ ਜਿਹੜਾ ਹਨੇਰਾ ਛਾਇਆ ਪਿਆ ਨਾ ਪੰਜਾਬ ਦੇ ਵਿੱਚ, ਇਹਨੂੰ ਇੱਕ ਜੁਗਣੂ ਦਾ ਰੂਪ ਬਣ ਕੇ ਚਾਨਣ ਕਰੋ। ਜੁਗਣੂ ਤੋਂ ਉਮੀਦ ਕੀਤੀ ਜਾ ਸਕਦੀ ਚਾਨਣ ਦੀ, ਭਾਵੇਂ ਥੋੜਾ ਹੀ ਹੁੰਦਾ ਪਰ ਚਾਨਣ ਕਰਦਾ, ਉਹ ਦਿਖਣ ਲੱਗ ਜਾਂਦਾ। ਨੌਜਵਾਨਾਂ ਨੂੰ ਨੌਕਰੀਆਂ ਦਿਓ। ਇੱਕ ਮੈਂ ਹੋਰ ਬੇਨਤੀ ਕਰਾਂਗਾ ਭਗਵੰਤ ਮਾਨ ਜੀ, ਵੀ ਮੇਰੀਆਂ 4 ਭੂਆ, 7 ਮੇਰੀ ਮਾਂ ਹਰੀ ਭੈਣਾਂ, 8 ਮੇਰੀ ਮਾਮੀ ਹਰੀ ਭੈਣਾਂ, 5 ਮੇਰੀਆਂ ਭੈਣਾਂ, 2 ਮੇਰੀਆਂ ਬੇਟੀਆਂ, ਧੀਆਂ ਵਾਲਿਆਂ, ਤੇ ਪੰਜਾਬ ਜਿਹੜੀ ਰੋਡਵੇਜ਼ ਹੈ ਨਾ, ਉਹ ਡੀਜ਼ਲ ਬੜਾ ਮਹਿੰਗਾ ਚੱਲਦਾ, ਤੇ ਕਈ ਵੇਖੀ ਦੇ ਇਹੋ ਜਿਹੇ ਬੱਚੇ ਕਈ ਤਰ੍ਹਾਂ ਦੇ ਹੁੰਦੇ ਨੇ ਕਿ ਫੁਕਰੇ ਫੜਾ ਕੇ ਨਾ ਉਹਨੂੰ ਕੰਡਕਟਰ ਨੂੰ ਇਹ ਵੀ ਨਹੀਂ ਦੱਸਦੇ ਵੀ ਜਾਣਾ ਕਿੱਥੇ ਆ। ਇਸ ਲਈ ਜੇ ਉਹਨਾਂ ਦੀ ਅੱਧੀ ਟਿਕਟ ਲੱਗੇਗੀ ਨਾ, ਉਹ ਦੱਸਣਗੇ ਜਦੋਂ ਪੈਸੇ ਫੜਾਉਣਗੇ ਨਾ, ਭਾਈ ਫਲਾਣੀ ਜਗ੍ਹਾ ਦੀ ਦੇ ਦਿਓ ਟਿਕਟ, ਅੱਧੀ ਲੱਗੇਗੀ, ਉਹ ਦੱਸਣਗੇ, ਕੰਡਕਟਰ ਵੀ ਸੌਖੇ ਹੋ ਜਾਣਗੇ। ਅੱਧੀ ਟਿਕਟ ਲੱਗਣੀ ਚਾਹੀਦੀ। ਬਾਕੀ ਇਹਨਾਂ ਨੂੰ ਬੁਢਾਪਾ ਪੈਨਸ਼ਨ ਵਧਣੀ ਚਾਹੀਦੀ, ਤੇ ਬਾਕੀ ਜਿਹੜੇ ਹੱਕ ਰੱਖਦੇ ਨੇ ਉਹਨਾਂ ਨੂੰ ਜਿਹੜਾ ਤੁਸੀਂ ਪੈਸੇ ਕਿਹਾ ਉਹ ਵੀ ਦਿਓ। ਵੀ ਜਦੋਂ ਕੰਡਕਟਰ ਨੂੰ ਆਧਾਰ ਕਾਰਡ ਫੜਾਦੇ ਨੇ, ਮੁੜ ਕੇ ਮੋਬਾਈਲ ਟੱਕ ਟੱਕ ਕਰੀ ਜਾਂਦੇ ਆ, ਉਹ ਪੁੱਛਦਾ ਰਹਿੰਦਾ ਵੀ ਜਾਣਾ ਕਿੱਥੇ ਹੈ। ਜਦੋਂ ਅੱਧੀ ਟਿਕਟ ਲੱਗੇਗੀ ਫਿਰ ਇਹ ਦੱਸਣਗੀਆਂ ਵੀ ਭਾਈ ਫਲਾਣੀ ਜਗ੍ਹਾ ਤੇ ਅਸੀਂ ਜਾਣਾ ਹੈ, ਉੱਥੋਂ ਦੀ ਅੱਧੀ ਟਿਕਟ ਦੇ ਦੇ, ਉਹਨੂੰ ਪਤਾ ਲੱਗ ਜਾਏਗਾ। ਫੁੱਲ ਨਹੀਂ ਪਰ ਅੱਧੀ ਜ਼ਰੂਰ, ਅੱਧੀ ਕੀਤੀ ਜਾਵੇ। ਡੀਜ਼ਲ ਬਹੁਤ ਮਹਿੰਗਾ, ਪੰਜਾਬ ਨੂੰ ਚਲਾਉਣਾ ਹੈ। ਬਾਕੀ ਇੱਕ ਬੇਨਤੀ ਮੈਂ ਹੋਰ ਕਰਾਂਗਾ, ਸਰਕਾਰੀ ਗੱਡੀਆਂ ਜਿਹੜੀਆਂ ਨੇ, ਇੱਕ ਜਿਹੜੇ ਅੱਜ ਕੱਲ੍ਹ ਟਾਇਰ ਨੇ 2-2 ਲੱਖ ਕਿਲੋਮੀਟਰ ਵੀ ਚੱਲਦੇ ਨੇ, ਤੇ ਲੱਖ ਕਿਲੋਮੀਟਰ ਵਾਲੇ ਤਾਂ ਹੈਗੇ ਹੀ ਹੈਗੇ ਨੇ, ਜਿਹੜੇ ਵਧੀਆ ਕੰਪਨੀਆਂ ਟਾਇਰ ਨੇ, ਤੇ ਟਾਇਰ ਵੀ ਲੱਖ 1.5 ਲੱਖ ਦੇ ਮਿਲਦੇ ਨੇ। ਉਹ 50,000 ਹੁਣ ਤਾਂ ਕੋਈ ਚੱਲਦਾ ਨਹੀਂ, ਉਹੀ ਪੁਰਾਣਾ ਜਿਹੜਾ ਚੱਲਿਆ ਰਿਹਾ 50,000 ਤੋਂ ਬਾਅਦ ਬਦਲ ਦਿਓ, ਇਹ ਠੀਕ ਨਹੀਂ ਹੈਗਾ। ਲੱਖ ਰੁਪਏ ਦੇ ਲੱਖ 2-2 ਲੱਖ ਤੱਕ ਦੇ ਟਾਇਰ ਨੇ ਵਧੀਆ ਚੰਗੀਆਂ ਗੱਡੀਆਂ ਦੇ, 50,000 ਦੇ ਬਦਲਨੇ ਠੀਕ ਨਹੀਂ। ਲੱਖ ਕਿਲੋਮੀਟਰ ਬੜੇ ਆਰਾਮ ਨਾਲ ਚੱਲਦੇ ਨੇ। ਜਿਹੜਾ ਇਸ ਵਿੱਚ ਸੁਧਾਰ ਕੀਤਾ ਜਾਵੇ, ਲੱਖ ਕਿਲੋਮੀਟਰ ਦੇ ਟਾਇਰ ਬਦਲੇ ਜਾਇਆ ਕਰਨ, ਇਹ ਬੜਾ ਬੋਝ ਪੈ ਰਿਹਾ ਪੰਜਾਬ ਤੇ। ਇੱਕ ਜਿਹੜੀ ਸਰਵਿਸ 10,000 ਤੇ ਹੁੰਦੀ, ਉਹ 15 ਤੋਂ 20 ਦੇ ਵਿੱਚ ਹੋਣੀ ਚਾਹੀਦੀ। ਸਰਵਿਸ ਅਸੀਂ ਕਰਾਉਣੇ ਆ ਆਪਣੇ ਗੱਡੀਆਂ ਦੀਆਂ 20,000 ਕਿਲੋਮੀਟਰ ਤੇ ਆਰਾਮ ਨਾਲ ਹੁੰਦੀਆਂ ਨੇ, ਇਹ ਨਜਾਇਜ਼ ਆ। ਇੱਕ ਜਿਹੜਾ ਗੱਡੀਆਂ ਦਾ ਕੰਮ ਹੁੰਦਾ, ਸਰਕਾਰੀ ਮਿਸਤਰੀ ਕਰਨ, ਸਾਰਾ ਸਮਾਨ ਇੱਥੇ ਆਵੇ, ਉਹ ਜਿੱਥੇ ਆਪਣੇ ਵਰਕਸ਼ਾਪ ਹੁੰਦੀ, ਸਮਾਨ
ਨਗਦ ਖਰੀਦਿਆ ਜਾਵੇ, ਕਿਉਂਕਿ ਜਿਹੜੇ ਡੀਲਰ ਨੇ ਜੇ ਉਹ 3500 ਦਾ ਜਾਂ 5000 ਦਾ ਆਪਣਾ ਗੱਡੀ ਤੇ ਲੱਗਦਾ 4-5000, ਉਹ 10000 ਦਾ ਬਿੱਲ ਬਣਾਉਂਦੇ। ਜੇ ਗੱਡੀ ਤੇ 50000 ਲੱਗਦਾ ਤਾਂ ਲੱਖ ਦਾ ਬਣਾਉਂਦੇ ਨੇ। ਉਹ ਕਹਿੰਦੇ ਸਾਨੂੰ ਇੰਨੇ ਚਿਰ ਬਾਅਦ ਮਿਲਣੇ, ਐ ਕਰਨਾ ਫਲਾਣਾ। ਇਹ ਗਲਤ ਆ ਸਾਰਾ ਸਿਸਟਮ, ਵੀ ਸਾਰਾ ਸਮਾਨ ਨਗਦ ਖਰੀਦਣਾ ਚਾਹੀਦਾ। ਤੇ ਆਪਣੇ ਮਕੈਨਿਕ ਭਰਤੀ ਕਰੋ, ਮਕੈਨਿਕ ਵਧੀਆ, ਤੇ ਉਹ ਆਪਣੇ ਸਰਕਾਰੀ ਦਫ਼ਤਰਾਂ ਵਿੱਚ ਜਿੱਥੇ ਜਿੱਥੇ ਗੱਡੀਆਂ ਠੀਕ ਕਰਨ। ਇਵੇਂ ਜਿਹੜੀਆਂ ਬੱਸਾਂ ਨੇ ਰੋਡਵੇਜ਼ ਦੀਆਂ ਜਾਂ ਹੋਰ ਗੱਡੀਆਂ ਨੇ, ਉਹਨਾਂ ਦੀਆਂ ਟੈਂਕੀਆਂ ਭਰ ਕੇ ਤੇ ਉਹ 6-6 5-5 6-6 ਦੀ ਐਵਰੇਜ ਦਿੰਦੀਆਂ ਨੇ, ਤੇ ਉਹੀ ਜਿਹੜੀ 4 ਦੀ ਵਿਖਾਈ ਜਾਂਦੀ। ਇੱਕ ਟੈਂਕੀ ਭਰ ਕੇ ਉਹਦਾ ਐਵਰੇਜ ਵੇਖੀ ਕਿੰਨੀ ਬਣਦੀ, 5 ਦੀ ਐਵਰੇਜ ਦਿੰਦੀ, 6 ਦੀ ਵੀ ਦਿੰਦੀਆਂ। ਐਵੇਂ ਡੀਜ਼ਲ ਵੱਜਦਾ, ਉਹ 4 ਦੀ ਭਰੀ ਜਾਂਦੇ, ਬਾਕੀ ਹਿਸਾਬ ਕਿਤਾਬ ਕਰੀ ਜਾਂਦੇ ਨੇ। ਇਹ ਬਹੁਤ ਵੱਡਾ ਬੋਝ ਹੈ। ਗੱਡੀਆਂ ਦੇ ਟਾਇਰਾਂ ਵਾਲਾ ਜਿਹੜਾ ਲੱਖ ਕਿਲੋਮੀਟਰ ਚੱਲਦੇ ਨੇ, ਜਿਹੜੇ 50,000 ਦੇ ਬਦਲ ਘੱਟ ਜਾਂਦੇ, ਏਡੇ ਏਡੇ ਮਹਿੰਗੇ। ਇੱਕ ਸਰਕਾਰੀ ਜਿਹੜੇ ਮਕੈਨਿਕ ਭਰਤੀ ਕੀਤੇ ਜਾਣ, ਜਿਹੜੇ ਆਪ ਵਰਕਸ਼ਾਪਾਂ ਦੇ ਇਹੀ ਕੰਮ ਕਰਨ। ਤੇ ਇੱਥੋਂ ਲੈ ਕੇ ਜਿਹੜੇ ਇਹ ਡੀਲਰ ਨੇ, ਜੇ ਗੱਡੀ ਤੇ 50,000 ਲੱਗਦਾ ਤੇ ਉਹ ਲੱਖ ਦਾ ਬਿੱਲ ਬਣਾਉਂਦੇ ਨੇ। ਇਹ ਸਾਰਾ ਸਿਸਟਮ ਗਲਤ। IPS ਅਫਸਰ ਜਿਹੜੇ ਵਿਚਾਰੇ ਨੂੰ ਸਾਰਾ ਦਿਨ ਸਾਈਨ ਹੀ ਕਰੀ ਜਾਂਦੇ ਨੇ, ਡਾਕਾਂ ਕਢਾਈ ਜਾਂਦੇ, ਸਾਰੇ ਅਫਸਰਾਂ ਦੇ ਸਾਈਨ ਕਢਾ ਕੇ। ਉਹਨਾਂ ਨੂੰ ਹੋਰ ਵੀ ਕੰਮ ਹੁੰਦੇ, ਫੀਲਡ ਦੇ ਹੁੰਦੇ, 100 ਕੁਝ ਹੁੰਦਾ। ਬਾਕੀ ਇਹ ਵੀਡੀਓ ਬਹੁਤ ਲੰਮੀ ਹੋ ਗਈ, ਇਸ ਲਈ ਮੈਂ ਬੇਨਤੀ ਕਰਦਾ ਪੰਜਾਬ ਸਰਕਾਰ ਨੂੰ ਵੀ ਇੱਕ ਮੈਂ ਜੇ ਇੱਕ ਸਿਪਾਹੀ ਹਾਂ ਤੇ ਮੈਂ ਪਹਿਲਾਂ ਇੱਕ ਧਰਮੀ ਵੀ ਹਾਂ, ਜਿਸ ਧਰਮ ਵਿੱਚ ਪੈਦਾ ਹੋਇਆ। ਸਾਰੇ ਧਰਮਾਂ ਦਾ ਸਤਿਕਾਰ ਕਰਦਾ। ਕੋਈ ਸਮਾਜ ਵਿੱਚ ਨਫ਼ਰਤ ਨਾ ਫੈਲਾਵੇ। ਵੀ ਜਿਹੜੇ ਆ ਨਫ਼ਰਤ ਫੈਲਾਉਂਦੇ ਨੇ, ਇਹਨਾਂ ਸਿਕਿਉਰਟੀਆਂ ਪਹਿਲਾਂ ਹੀ ਬੜੀਆਂ ਨੇ, ਇੰਨੀਆਂ ਸਿਕਿਉਰਟੀਆਂ ਇਹਨਾਂ ਦਾ ਹੱਕ ਬਣਦਾ ਨਹੀਂ ਹੈਗਾ। ਕਿਉਂਕਿ ਤੁਸੀਂ ਆਪ ਜਿਹੜੀ ਸਰਕਾਰ ਹੈ ਨਵੀਂ, ਉਹਨਾਂ ਨੂੰ ਵੇਖਣਾ ਚਾਹੀਦਾ। ਇਹ ਹੋਰ ਨਹੀਂ ਕੋਈ ਬੋਲਦਾ ਜਿਹਨਾਂ ਕੋਲ ਸਿਕਿਉਰਟੀ ਨਹੀਂ, ਉਹ ਨਹੀਂ ਬੋਲਦਾ। ਬੋਲਦੇ ਉਹੀ ਨੇ ਜਿਹਨਾਂ ਕੋਲ ਸਿਕਿਉਰਟੀਆਂ ਨੇ, ਉਹ ਜਾਂਦਾ ਹੋਰ ਲੈਣੇ ਚਾਹੁੰਦੇ ਸਹੂਲਤਾਂ, ਵੀ ਵੱਧ ਤੋਂ ਵੱਧ ਹੋਰ ਮਿਲਣੀਆਂ ਚਾਹੀਦੀਆਂ ਨੇ। ਜਿਹੜੇ ਬੋਲਦੇ ਨੇ ਉਹਨਾਂ ਕੋਲ ਪਹਿਲਾਂ 4-4 ਗਨਮੈਨ ਸੀ, ਉਹਨਾਂ ਕੋਲ ਬੋਲ ਕਦੀ ਕਿਸਾਨਾਂ ਦੇ ਖਿਲਾਫ, ਕਦੀ ਉਹਨਾਂ ਕੋਲ ਵੱਧ ਹੋ ਗਏ ਨੇ, ਵੱਧ ਤੋਂ ਵੱਧ ਕਮਾਂਡੋਆਂ ਤੇ ਸਾਰਾ ਕੁਝ। ਨਾ ਪੰਜਾਬ ਦਾ ਆਉਣ ਵਾਲੇ ਸਮੇਂ ਬੱਚਿਆਂ ਨੇ ਮਾਫ ਨਹੀਂ ਕਰਨਾ ਸਾਡਿਆਂ ਨੇ। ਇਹਨੂੰ ਪੰਜਾਬ ਬਾਰੇ ਸੋਚੀਏ। ਇਹ ਗੁਰੂਆਂ ਪੀਰਾਂ ਦੀ ਧਰਤੀ, ਇਹਨੂੰ ਲਾਜ ਨਾ ਲੱਗਣ ਦੇਈਏ। ਇੱਥੇ ਨਫ਼ਰਤ ਨਾ ਫੈਲਾਈਏ, ਇੱਥੇ ਪਿਆਰ ਮੁਹੱਬਤ ਨਾ ਰਹੀਏ। ਵੀ ਬਾਗ ਉਹੀ ਸੁਣ ਲੈ ਜਿਹਦੇ ਵੰਨ ਸੋਨੇ ਫੁੱਲ ਹੁੰਦੇ ਨੇ। ਇਹਨਾਂ ਸੋਚੋ ਵੀ ਇੱਕ ਤਰ੍ਹਾਂ ਦੇ ਇਲਾਕੇ ਤੇ ਅਸੀਂ ਐਂ ਕਰ ਲਾਂਗੇ, ਉਹ ਕਰ ਲਾਂਗੇ। ਇਹ ਦਿਮਾਗ ਚੋਂ ਕੱਢ ਦਿਓ, ਨਾ ਇਹ ਪੂਰੀ ਹੋਣੀ। ਹਾਂ, ਸਾਰਾ ਦੇਸ਼ ਖਾਲਿਸਤਾਨ ਜ਼ਰੂਰ ਬਣੇਗਾ, ਖਾਲਸ ਪਿਓਰ ਬਣੇਗਾ, ਸਾਰਾ ਦੇਸ਼ ਬਣੇਗਾ। ਪੂਰੀ ਦੁਨੀਆ ਬਣਨ ਜਾ ਰਹੀ, ਪੂਰਾ ਵਰਲਡ ਬਣਨ ਜਾ ਰਿਹਾ। ਤੁਹਾਡੇ ਵੱਲ ਪੂਰੀ ਦੁਨੀਆ ਵੇਖ ਰਹੀ ਹੈ। ਖਾਲਸਾ ਜੀਓ। ਬਾਕੀ ਗੱਲ ਪੰਜਾਬੀ ਨਹੀਂ, ਪੰਜਾਬੀ ਸਾਰੇ ਜਾਣਦੇ ਨੇ, ਸਾਰਾ ਕੁਝ ਚੰਗੀ ਤਰ੍ਹਾਂ ਜਾਣਦੇ ਨੇ। ਜਿਹੜੇ ਸਾਡੇ ਪੰਜਾਬ ਦੇ ਟੁਕੜੇ ਕੀਤੇ ਨੇ, ਉਹ ਵੀ ਲੈਂਦੇ ਪੰਜਾਬ ਵਿੱਚ ਵੀ, ਉਹ ਵੀ ਸਾਡਾ ਹੀ ਹਿੱਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।